मेरे आ, मेरी जिंदगी दा सब तू यूं है, सब दुनिया दा रब तू यूं है। मेरी जिंदगी दा सब तू यूं है, सब दुनिया दा रब तू यूं है। मेरी आस है यहोवा, मेरा साथ है यहोवा, हर गल दा मैनू उतर देवे, जदों पुकारा तैनू यहोवा। मेरी आस है यहोवा, मेरा साथ है यहोवा, हर गल दा मैनू उतर देवे, तैनू पुकारा जदों यहोवा, तैनू पुकारा जदों यहोवा। रब्बा मेरे आ, रब्बा मेरे आ, रब्बा मेरे आ, रब्बा मेरे आ। तेरे कोल आंदे हां, सिर नूं झुकांदे हां, तू सुन ले दुआवां रब्बा मेरे आ। तेरे कोल आंदे हां, सिर नूं झुकांदे हां, तू सुन ले दुआवां रब्बा मेरे आ। बाप ਅਤੇ बेटी ਅਤੇ रूह पाक ਦੇ ਨਾਮ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ रूह पाक ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਇੱਕ ਨਵਾਂ ਦਿਨ ਖੁਦਾ ਨੇ ਸਾਡੇ ਜੀਵਨ ਵਿੱਚ ਜੋੜਿਆ ਹੈ। ਅਸੀਂ ਖੁਦਾ ਦਾ ਧੰਨਵਾਦ ਕਰੀਏ। ਇਸ ਸਾਹ ਤੱਕ, ਇਸ ਪਲ ਤੱਕ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ ਹੈ। ਅੱਜ ਅਸੀਂ ਪ੍ਰਭੂ ਦੇ ਵਚਨ ਵੱਲ ਧਿਆਨ ਲਾਉਂਦੇ ਹਾਂ। ਪ੍ਰਭੂ ਸਾਨੂੰ ਕਹਿੰਦਾ ਹੈ ਕਿ ਸਵਰਗ ਦਾ ਰਾਜ ਕਿਸ ਤਰ੍ਹਾਂ ਦਾ ਹੈ। ਸਵਰਗ ਦਾ ਰਾਜ ਇੱਕ ਖੇਤ ਵਿੱਚ ਛੁਪੇ ਖਜ਼ਾਨੇ ਵਾਂਗ ਹੈ। ਜਦੋਂ ਕਿਸੇ ਨੂੰ ਲੱਭ ਜਾਂਦਾ ਹੈ ਤਾਂ ਆਪਣਾ ਸਾਰਾ ਘਰ ਜਾਂ ਆਪਣੀ ਜਾਇਦਾਦ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ, ਤਾਂ ਜੋ ਖੇਤ ਵੀ ਉਸਦਾ ਹੋ ਜਾਵੇ ਅਤੇ ਉਸ ਦੇ ਵਿੱਚ ਲੁਕਿਆ ਖਜ਼ਾਨਾ ਵੀ ਉਸਦਾ ਹੋ ਜਾਵੇ। ਫਿਰ ਪ੍ਰਭੂ ਕਹਿੰਦਾ ਹੈ ਕਿ ਸਵਰਗ ਦਾ ਰਾਜ ਇੱਕ ਅਨਮੋਲ ਮੋਤੀ ਵਰਗਾ ਹੈ। ਜਦੋਂ ਕਿਸੇ ਵਪਾਰੀ ਨੂੰ ਲੱਭ ਜਾਂਦਾ ਹੈ ਤਾਂ ਆਪਣਾ ਸਭ ਕੁਝ ਵੇਚ ਕੇ ਉਸ ਮੋਤੀ ਨੂੰ ਖਰੀਦ ਲੈਂਦਾ ਹੈ। ਖੁਦਾ ਨੂੰ ਹਾਸਲ ਕਰਨਾ, ਖੁਦਾ ਦੇ ਪਿਆਰ ਵਿੱਚ ਅੱਗੇ ਵਧਣਾ, ਆਪਣੇ ਈਮਾਨ ਨੂੰ ਪਹਿਚਾਨਣਾ ਅਤੇ ਉਸ ਦੇ ਪ੍ਰਤੀ ਵਫਾਦਾਰ ਰਹਿਣਾ, ਇਹੀ ਸਾਡੀ ਜ਼ਿੰਦਗੀ ਦਾ ਉਦੇਸ਼ ਹੈ। ਇਹਨਾਂ ਗੱਲਾਂ ਅਤੇ ਇਹਨਾਂ ਚੀਜ਼ਾਂ ਨੂੰ ਅਸੀਂ ਹਰ ਕੰਮ ਦੇ ਵਿੱਚ ਪਹਿਲ ਦੇਣੀ ਹੈ। ਸਾਡੇ ਲਈ ਖੁਦਾ ਪਹਿਲਾ ਹੈ, ਸਾਡਾ ਮਸੀਹੀ ਈਮਾਨ ਪਹਿਲਾ ਆਉਂਦਾ ਹੈ, ਖੁਦਾ ਦਾ ਪਿਆਰ ਸਾਡੇ ਲਈ ਪਹਿਲਾ ਹੈ ਅਤੇ ਉਸ ਦੇ ਪ੍ਰਤੀ ਵਫਾਦਾਰ ਰਹਿਣਾ ਸਾਡੀ ਜ਼ਿੰਮੇਵਾਰੀ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਹਰ ਦਿਨ, ਹਰ ਕੰਮਕਾਰ ਵਿੱਚ, ਹਰ ਗਤੀਵਿਧੀ ਵਿੱਚ, ਆਪਣੀਆਂ ਸਾਰੀਆਂ ਸੋਚਾਂ ਵਿਚਾਰਾਂ ਵਿੱਚ ਪਹਿਲ ਦੇਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਵੀ ਇਸ ਅਨਮੋਲ ਖਜ਼ਾਨੇ ਨੂੰ ਲੱਭਣ, ਪਹਿਚਾਨਣ ਅਤੇ ਉਹਨੂੰ ਹਾਸਲ ਕਰਨ ਦੇ ਯੋਗ ਹੋ ਜਾਂਦੇ ਹਾਂ, ਯਾਨੀ ਇੱਕ ਪਵਿੱਤਰ ਜੀਵਨ ਗੁਜ਼ਾਰਨ ਦੇ ਯੋਗ ਬਣ ਜਾਂਦੇ ਹਾਂ। ਅੱਜ ਦੀ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਆਓ ਅਸੀਂ ਵੱਧ ਤੋਂ ਵੱਧ ਪ੍ਰਾਰਥਨਾ ਕਰਨ ਦਾ ਵਰਦਾਨ ਹਾਸਲ ਕਰਨ ਲਈ ਪ੍ਰਾਰਥਨਾ ਕਰੀਏ। ਖੁਦਾ ਅੱਗੇ ਮਿੰਨਤ ਕਰੀਏ ਕਿ ਸਾਨੂੰ ਖੁਦਾ ਵੱਧ ਤੋਂ ਵੱਧ ਪ੍ਰਾਰਥਨਾ ਕਰਨ ਦਾ ਵਰਦਾਨ ਬਖਸ਼ੇ। ਇਹਨਾਂ ਪਵਿੱਤਰ ਪੈਦਾ ਯੋਗਦਾਨ ਮਨਾਉਣ ਲਈ ਆਓ ਅਸੀਂ ਆਪਣੀ ਆਪ ਦੀ ਤਿਆਰੀ ਕਰੀਏ ਅਤੇ ਸਾਰੀ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਦੀ ਇਸ ਸਲਤਾਨ ਉੱਤੇ ਚੜਾਉਂਦੇ ਹੋਏ ਸੱਚੇ ਦਿਲ ਨਾਲ ਪਛਤਾਵਾ ਕਰੀਏ
ਅਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੂੰ ਆਪਣੀ ਵਫਾਦਾਰ ਸੇਵਿਕਾ ਸੰਤਨੀ ਅਲਫੋਂਸਾ ਨੂੰ ਦੁੱਖ ਤਸੀਆਂ ਵਿੱਚ ਖਿੜੇ ਇੱਕ ਸੁੰਦਰ ਫੁੱਲ ਵਾਂਗ ਭਾਰਤ ਦੀ ਕਲੀਸਿਆ ਲਈ ਭੇਂਟ ਕੀਤਾ। ਆਪਣੇ ਦਰਦ ਮੁਸੀਬਤਾਂ ਨੂੰ ਤੇਰੇ ਪਿਆਰ ਦੇ ਤੋਹਫੇ ਵਜੋਂ ਕਬੂਲ ਕਰਕੇ ਉਸਨੇ ਸਦਾ ਤੇਰੇ ਨਾਲ ਜੁੜੇ ਰਹਿਣਾ ਚਾਹਿਆ। ਬਖਸ਼ ਦੇ ਕਿ ਉਸਦੇ ਨਮੂਨੇ ਦੀ ਪੈਰਵੀ ਕਰਕੇ ਅਸੀਂ ਵੀ ਸਵਰਗ ਪਹੁੰਚ ਕੇ ਤੇਰੇ ਪਿਆਰ ਦੀ ਸੰਪੂਰਨਤਾ ਨੂੰ ਪਾਉਣ ਦੇ ਇਰਾਦੇ ਨਾਲ ਜੀਵਨ ਬਤੀਤ ਕਰ ਸਕੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਕੂਚ ਦਾ ਗ੍ਰੰਥ, ਉਸ ਦਾ 34 ਬਾਬ 29 ਤੋਂ 35 ਆਇਤ ਤੱਕ। ਮੂਸਾ ਸਾਥੀ ਦੀਆਂ ਦੋਹਾਂ ਪੱਟੀਆਂ ਲੈ ਕੇ ਪਹਾੜ ਤੋਂ ਹੇਠ ਉਤਰ ਆਇਆ। ਉਸ ਸਮੇਂ ਪਰਮੇਸ਼ਵਰ ਨਾਲ ਗੱਲਾਂ ਕਰਨ ਦੇ ਕਾਰਨ ਉਸ ਦੇ ਮੁਖ ਤੇ ਰੂਹਾਨੀ ਚਮਕ ਸੀ। ਇਹ ਰੂਹਾਨੀ ਚਮਕ ਦੇਖ ਕੇ ਹਾਰੂਨ ਅਤੇ ਇਸਰਾਇਲ ਦੇ ਬਜ਼ੁਰਗ ਮੂਸਾ ਦੇ ਲਾਗੇ ਜਾਣ ਤੋਂ ਡਰਨ ਲੱਗੇ। ਤਦ ਮੂਸਾ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਤਾਂ ਉਹ ਸਭ ਆਏ ਅਤੇ ਮੂਸਾ ਨੇ ਉਹਨਾਂ ਨਾਲ ਗੱਲਾਂ ਕੀਤੀਆਂ। ਇਸ ਦੇ ਪਿੱਛੋਂ ਇਸਰਾਇਲ ਦੇ ਸਭ ਲੋਕ ਮੂਸਾ ਕੋਲ ਆਏ ਅਤੇ ਉਸਨੇ ਉਹਨਾਂ ਨੂੰ ਉਹ ਸਭ ਹੁਕਮ ਦਿੱਤੇ ਜੋ ਉਸ ਨੂੰ ਪ੍ਰਭੂ ਤੋਂ ਸੀਨੇ ਪਹਾੜ ਤੋਂ ਮਿਲੇ ਸਨ। ਮੂਸਾ ਨੇ ਸਭ ਗੱਲਾਂ ਕਹਿਣ ਦੇ ਪਿੱਛੋਂ ਆਪਣੇ ਮੂੰਹ ਤੋਂ ਪੱਲਾ ਲੈ ਲਿਆ। ਸੋ ਮੂਸਾ ਹਮੇਸ਼ਾ ਜਦੋਂ ਪ੍ਰਭੂ ਸਾਹਮਣੇ ਜਾਂਦਾ ਸੀ ਤਾਂ ਆਪਣੇ ਮੂੰਹ ਤੋਂ ਪੱਲਾ ਲਾ ਲੈਂਦਾ ਸੀ, ਪਰ ਬਾਹਰ ਆ ਕੇ ਲੋਕਾਂ ਨੂੰ ਪ੍ਰਭੂ ਦੇ ਹੁਕਮ ਸੁਣਾਉਣ ਸਮੇਂ ਫਿਰ ਆਪਣਾ ਮੂੰਹ ਢੱਕ ਲੈਂਦਾ ਸੀ। ਲੋਕ ਮੂਸਾ ਦੇ ਮੂੰਹ ਤੇ ਰੂਹਾਨੀ ਚਮਕ ਦੇਖਦੇ ਸਨ ਅਤੇ ਉਹ ਉਹਨਾਂ ਨਾਲ ਗੱਲਾਂ ਕਰਦੇ ਸਮੇਂ ਆਪਣੇ ਮੁਖ ਤੇ ਪੱਲਾ ਲੈ ਲੈਂਦਾ ਸੀ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ।
भरपूर हथ सजा तेरा, सचियाई नाल रहमान। हालेलुया, 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 हालेलुया। कर कर जाओ अंजीर सुनाओ, कौमां दे विच ओदा नाम फैलाओ। कर कर जाओ अंजीर सुनाओ, कौमां दे विच ओदा नाम फैलाओ। हालेलुया, 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 हालेलुया। प्रभु तुहाडे नाल होवे। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਮਤੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਹੈ ਪ੍ਰਭੂ। ਉਸ ਦਾ 13 ਅਧਿਆਇ 44 ਤੋਂ 46 ਆਇਤ। ਸਵਰਗ ਰਾਜ ਖੇਤ ਵਿੱਚ ਲੁਕੇ ਖਜ਼ਾਨੇ ਵਾਂਗ ਹੈ, ਜੋ ਕਿਸੇ ਮਨੁੱਖ ਨੂੰ ਲੱਭ ਪੈਂਦਾ ਹੈ ਅਤੇ ਉਹ ਉਸ ਨੂੰ ਫਿਰ ਛੁਪਾ ਦਿੰਦਾ ਹੈ। ਫਿਰ ਉਹ ਖੁਸ਼ੀ ਖੁਸ਼ੀ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗ ਰਾਜ ਉਸ ਵਪਾਰੀ ਵਾਂਗ ਹੈ, ਜੋ ਵਧੀਆ ਮੋਤੀਆਂ ਦੀ ਭਾਲ ਵਿੱਚ ਨਿਕਲਦਾ ਹੈ। ਉਸ ਨੂੰ ਇੱਕ ਵਡਮੁੱਲਾ ਮੋਤੀ ਲੱਭ ਜਾਂਦਾ ਹੈ ਅਤੇ ਉਹ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲੈਂਦਾ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਸਵਰਗ ਰਾਜ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ, ਜੇਕਰ ਅਸੀਂ ਉਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ, ਉਸ ਦੇ ਹਿੱਸੇਦਾਰ ਬਣਨਾ ਚਾਹੁੰਦੇ ਹਾਂ, ਕਿ ਅਸੀਂ ਪਵਿੱਤਰ ਬਣੀਏ, ਅਸੀਂ ਪਾਕ ਬਣੀਏ। ਪ੍ਰਭੂ ਦਾ ਵਚਨ ਸਾਨੂੰ ਲੇਵੀਏ ਦੀ ਪੁਸਤਕ ਵਿੱਚੋਂ 19 ਅਧਿਆਇ ਦੀ 2 ਆਇਤ ਵਿੱਚ ਕਹਿੰਦਾ ਹੈ, ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਵਾਂਗ ਪਵਿੱਤਰ ਬਣੋ, ਕਿਉਂਕਿ ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਪਵਿੱਤਰ ਹਾਂ। ਸਭ ਤੋਂ ਪਹਿਲੀ ਆਗਿਆ ਇਹੀ ਹੈ ਕਿ ਜੇਕਰ ਅਸੀਂ ਪ੍ਰਭੂ ਦੇ ਰਾਜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ, ਉਸ ਦੇ ਰਾਜ ਦੇ ਹਿੱਸੇਦਾਰ ਬਣਨਾ ਚਾਹੁੰਦੇ ਹਾਂ, ਤੇ ਸਾਡੇ ਵਿੱਚ ਪਵਿੱਤਰਤਾ ਵਧੇ ਅਤੇ ਅਸੀਂ ਇਸ ਪਵਿੱਤਰਤਾ ਵਿੱਚ ਕਾਇਮ ਰਹੀਏ। ਜੇਕਰ ਅਸੀਂ ਇਸ ਪਵਿੱਤਰਤਾ ਵਿੱਚ ਪਾਕੀਜ਼ਗੀ ਵਿੱਚ ਕਾਇਮ ਰਹਿਣਾ ਚਾਹੁੰਦੇ ਹਾਂ ਅਤੇ ਇਸ ਵਿੱਚ ਵਧਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਜ ਦੇ ਪਵਿੱਤਰ ਵਚਨ 'ਤੇ ਧਿਆਨ ਲਾਉਣਾ ਚਾਹੀਦਾ ਹੈ। ਅਸੀਂ ਪਹਿਲਾ ਪਾਠ ਸੁਣਿਆ ਕਿ ਕਿਸ ਤਰ੍ਹਾਂ ਮੂਸਾ ਸਿਯੋਨ ਪਹਾੜ ਉੱਤੇ ਜਾਂਦਾ ਹੈ, ਤੇ ਜਦੋਂ ਵੀ ਉਹ ਪ੍ਰਭੂ ਦੇ ਨਾਲ ਗੱਲਾਂ ਕਰਦਾ ਹੈ ਤਾਂ ਉਹ ਵੀ ਪ੍ਰਭੂ ਦੇ ਨੂਰ ਨਾਲ ਭਰਪੂਰ ਹੋ ਜਾਂਦਾ ਹੈ। ਉਸ ਦਾ ਚਿਹਰਾ ਚਮਕਦਾ ਹੈ, ਉਹਦੇ ਚਿਹਰੇ ਉੱਤੇ ਪ੍ਰਭੂ ਦਾ ਨੂਰ ਹੁੰਦਾ ਹੈ, ਅਤੇ ਜਦੋਂ ਵਾਪਸ ਹੇਠਾਂ ਪਹਾੜ ਤੋਂ ਉਤਰਦਾ ਹੈ, ਲੋਕਾਂ ਨੂੰ ਵੇਖਦਾ ਹੈ, ਪਰ ਲੋਕ ਉਸ ਨੂੰ ਨਹੀਂ ਵੇਖ ਸਕਦੇ ਕਿਉਂਕਿ ਉਸ ਦਾ ਚਿਹਰਾ ਬਹੁਤ ਚਮਕਦਾ ਸੀ। ਇਸ ਤਰ੍ਹਾਂ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਦੇ ਨਾਲ ਸਮਾਂ ਬਤੀਤ ਕਰਦੇ ਹਾਂ, ਪ੍ਰਾਰਥਨਾ ਵਿੱਚ ਉਸ ਦੇ ਨਾਲ ਗੱਲਾਂ ਕਰਦੇ ਹਾਂ। ਇਹ ਹਰ ਰੋਜ਼ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ
ਸਾਡੇ ਵਿੱਚ ਹੌਲੀ ਹੌਲੀ ਉਸੇ ਤਰੀਕੇ ਦੀ ਪਵਿੱਤਰਤਾ ਪੈਦਾ ਹੋਣੀ ਸ਼ੁਰੂ ਹੋਵੇਗੀ, ਵਧਣੀ ਸ਼ੁਰੂ ਹੋਵੇਗੀ ਤੇ ਹੌਲੀ ਹੌਲੀ ਅਸੀਂ ਉਸ ਨੂੰ ਪਹਿਲ ਦੇਵਾਂਗੇ। ਆਪਣੇ ਪ੍ਰਾਰਥਨਾਮਈ ਅਤੇ ਈਮਾਨ ਦੇ ਜੀਵਨ ਨੂੰ ਅਸੀਂ ਹਰ ਰੋਜ਼ ਪਹਿਲ ਦੇਵਾਂਗੇ। ਹੁਣ ਤੱਕ ਕਲੀਸਿਆ ਵਿੱਚ ਬਹੁਤ ਸਾਰੇ ਮਹਾਨ ਸੰਤ ਅਤੇ ਸੰਤਨੀਆਂ ਹੋ ਚੁੱਕੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਵਿੱਤਰਤਾ ਨੂੰ ਕਾਇਮ ਰੱਖ ਕੇ ਬਹੁਤ ਵਧੀਆ ਮਿਸਾਲਾਂ ਕਾਇਮ ਕੀਤੀਆਂ ਹਨ। ਉਹਨਾਂ ਵਿੱਚੋਂ ਹੀ ਸਾਡੇ ਆਪਣੇ ਭਾਰਤ ਦੇਸ਼ ਦੀ ਇੱਕ ਮਹਾਨ ਸੰਤਨੀ ਹੋਈ ਹੈ, ਸੰਤਨੀ ਅਲਫੋਂਸਾ। ਉਸਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਦੁੱਖ ਮੁਸੀਬਤਾਂ ਦਾ ਸਾਹਮਣਾ ਕੀਤਾ। ਹਰ ਦੁੱਖ ਮੁਸੀਬਤ ਵਿੱਚ ਉਸਨੇ ਕਦੀ ਵੀ ਕਿਸੇ ਦੇ ਖਿਲਾਫ, ਕਿਸੇ ਦੇ ਵੀ ਵਿਰੁੱਧ ਨਾ ਕੋਈ ਸ਼ਿਕਾਇਤ ਕੀਤੀ, ਨਾ ਹੀ ਉਹ ਕਦੀ ਬੁੜਬੁੜਾਈ ਅਤੇ ਨਾ ਹੀ ਉਸਨੇ ਖੁਦਾ ਉੱਤੇ ਦੋਸ਼ ਲਾਇਆ, ਨਾ ਹੀ ਆਪਣੇ ਆਪ ਉੱਤੇ, ਨਾ ਕਿਸੇ ਹੋਰ ਇਨਸਾਨ ਉੱਤੇ। ਉਹਨਾਂ ਦੁੱਖਾਂ ਮੁਸੀਬਤਾਂ ਨੂੰ ਜਾਂ ਸਰੀਰਕ ਬਿਮਾਰੀਆਂ ਨੂੰ ਉਸਨੇ ਸਹਿਨਸ਼ੀਲਤਾ ਨਾਲ ਸਹਿਨ ਕੀਤਾ ਅਤੇ ਵੱਧ ਤੋਂ ਵੱਧ ਪ੍ਰਾਰਥਨਾ ਵਿੱਚ ਸਮਾਂ ਬਿਤਾਇਆ। ਕਿਹਾ ਜਾਂਦਾ ਹੈ ਕਿ ਉਹ ਬਿਮਾਰ ਲੋਕਾਂ ਲਈ ਪ੍ਰਾਰਥਨਾ ਕਰਦੀ ਸੀ ਅਤੇ ਜਿਨ੍ਹਾਂ ਨੇ ਵੀ ਉਸਨੇ ਪ੍ਰਾਰਥਨਾ ਕੀਤੀ, ਉਸ ਦੀਆਂ ਦੁਆਵਾਂ ਪ੍ਰਾਰਥਨਾਵਾਂ ਰਾਹੀਂ ਉਹਨਾਂ ਲੋਕਾਂ ਨੂੰ ਚੰਗਿਆਈ ਅਤੇ ਸ਼ਿਫਾ ਹਾਸਲ ਹੋਈ। ਪਿਆਰਿਓ, ਸਾਡੇ ਵਿੱਚ ਇਹ ਪਾਕੀਜ਼ਗੀ, ਇਹ ਮਸੀਹੀ ਈਮਾਨ ਪਹਿਲ ਦੇ ਤੌਰ 'ਤੇ ਸਾਡੇ ਜੀਵਨ ਵਿੱਚ ਹਮੇਸ਼ਾ ਆਉਣਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡੇ ਵਿੱਚ ਪਵਿੱਤਰਤਾ ਨਹੀਂ ਹੈ, ਇਹਦਾ ਮਤਲਬ ਸਾਡੇ ਵਿੱਚ ਪ੍ਰਾਰਥਨਾ ਕਰਨ ਦਾ ਸਮਾਂ ਨਹੀਂ ਹੈ ਜਾਂ ਅਸੀਂ ਪ੍ਰਾਰਥਨਾ ਨੂੰ ਪਹਿਲ ਨਹੀਂ ਦੇ ਰਹੇ। ਹਰ ਰੋਜ਼ ਜਦੋਂ ਦਿਨ ਚੜ੍ਹਦਾ ਹੈ, ਸਭ ਤੋਂ ਪਹਿਲਾਂ ਧਿਆਨ ਖੁਦਾ ਵੱਲ ਹੋਣਾ ਚਾਹੀਦਾ ਹੈ। ਖੁਦਾ ਨਾਲ ਗੱਲਾਂ ਕਰਨ ਲਈ ਸਾਨੂੰ ਸਮਾਂ ਲੱਭਣਾ ਚਾਹੀਦਾ ਹੈ। ਅਸੀਂ ਹਮੇਸ਼ਾ ਇਹੀ ਆਪਣੇ ਆਪ 'ਤੇ ਦੋਸ਼ ਲਾਉਂਦੇ ਹਾਂ ਜਾਂ ਦੂਜਿਆਂ ਨੂੰ ਇਹੀ ਕਹਿੰਦੇ ਹਾਂ ਕਿ ਸਾਡੇ ਕੋਲ ਪ੍ਰਾਰਥਨਾ ਕਰਨ ਦਾ ਸਮਾਂ ਨਹੀਂ ਹੈ। ਜੇਕਰ ਇਸ ਤਰ੍ਹਾਂ ਨਹੀਂ ਹੈ ਤਾਂ ਸਮਝ ਲਓ ਕਿ ਅਸੀਂ ਖੁਦਾ ਦੇ ਰਾਜ ਵਿੱਚ ਸ਼ਾਇਦ ਕਿਤੇ ਵੀ ਨਹੀਂ ਹਾਂ, ਕਿਉਂਕਿ ਅਸੀਂ ਉਸ ਦੇ ਰਾਜ ਦੀ ਗਵਾਹੀ ਨਹੀਂ ਦੇ ਰਹੇ, ਕਿਉਂਕਿ ਅਸੀਂ ਉਸ ਦੇ ਨਾਂ ਦੇ ਗਵਾਹ ਨਹੀਂ ਬਣਦੇ ਪਏ। ਗਵਾਹ ਕਿਸ ਤਰ੍ਹਾਂ ਬਣਾਂਗੇ? ਜੇਕਰ ਅਸੀਂ ਖੁਦ ਉਸ ਦੇ ਨਾਂ ਦੀ ਪੈਰਵੀ ਨਹੀਂ ਕਰਦੇ ਪਏ, ਜੇਕਰ ਅਸੀਂ ਖੁਦ ਉਸ ਦੇ ਨਾਲ ਗੱਲਾਂ ਬਾਤਾਂ ਨਹੀਂ ਕਰਦੇ ਪਏ, ਜਾਂ ਉਸ ਦਾ ਸਮਾਂ ਨਹੀਂ ਬਿਤਾ ਰਹੇ, ਜਾਂ ਉਸ ਨੂੰ ਪਹਿਚਾਨ ਨਹੀਂ ਰਹੇ, ਜਾਂ ਵੱਧ ਤੋਂ ਵੱਧ ਆਪਣੇ ਜੀਵਨ ਵਿੱਚ ਉਸ ਨੂੰ ਧਾਰਨ ਕਰਨ ਲਈ ਕੋਸ਼ਿਸ਼ ਨਹੀਂ ਕਰਦੇ ਪਏ। ਇਹ ਸਾਰੇ ਸੰਤ ਸੰਤਨੀਆਂ ਸਾਡੇ ਲਈ ਮਸੀਹੀ ਈਮਾਨ ਵਿੱਚ ਕਾਇਮ ਰਹਿਣ ਦੇ ਲਈ, ਪਵਿੱਤਰਤਾ ਵਿੱਚ ਕਾਇਮ ਰਹਿਣ ਲਈ ਮਿਸਾਲਾਂ ਹਨ। ਜੇਕਰ ਅਸੀਂ ਇਹਨਾਂ ਦੇ ਜੀਵਨ ਦੀ ਮਿਸਾਲ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ, ਅਸੀਂ ਵੀ ਇੱਕ ਦਿਨ ਇਹਨਾਂ ਦੀ ਤਰ੍ਹਾਂ ਹੀ ਪਵਿੱਤਰ ਬਣਾਂਗੇ, ਆਪਣੇ ਮਸੀਹੀ ਈਮਾਨ ਵਿੱਚ ਕਾਇਮ ਰਹਾਂਗੇ। ਆਓ ਅਸੀਂ ਕੁਝ ਸਮੇਂ ਲਈ ਮੌਨ ਰਹਿ ਕੇ ਆਪਣੀਆਂ ਅੱਖਾਂ ਨੂੰ ਬੰਦ ਕਰਦੀ ਹੋਈ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ। ਦਿਨ ਦੇ ਇਸ ਪਹਿਲੇ ਸਮੇਂ ਨੂੰ, ਇਸ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ, ਕੰਮਾਂ ਕਾਰਾਂ ਨੂੰ, ਸੋਚਾਂ ਵਿਚਾਰਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਰੱਖਦੇ ਹੋਏ ਪ੍ਰਾਰਥਨਾ ਕਰੀਏ। ਐ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਹਾਂ। ਧੰਨਵਾਦ ਕਰਦੇ ਹਾਂ ਇਸ ਨਵੇਂ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ। ਹੈ ਪਿਤਾ ਪਰਮੇਸ਼ਵਰ, ਸਾਨੂੰ ਪ੍ਰਾਰਥਨਾ ਕਰਨ ਦਾ ਵਰਦਾਨ ਬਖਸ਼ੋ। ਅਸੀਂ ਹਮੇਸ਼ਾ ਪ੍ਰਾਰਥਨਾ ਵਿੱਚ ਤੁਹਾਡੇ ਨਾਲ ਜੁੜੇ ਰਹੀਏ। ਖਾਸ ਤੌਰ 'ਤੇ ਪ੍ਰਾਰਥਨਾ ਕਰਦੇ ਹਾਂ ਸਾਡੇ ਵਿੱਚ ਜਿੰਨੇ ਭੈਣ ਭਰਾ ਬਿਮਾਰ ਹਨ, ਕਿਸੇ ਵੀ ਬਿਮਾਰੀ ਨਾਲ ਪੀੜਿਤ ਹਨ, ਐ ਪ੍ਰਭੂ ਉਹਨਾਂ 'ਤੇ ਦਇਆ ਕਰੋ, ਉਹਨਾਂ ਦੇ ਸਾਰੇ ਗਲਤੀਆਂ ਗੁਨਾਹ ਮਾਫ ਕਰਕੇ ਉਹਨਾਂ ਸ਼ੁੱਧ ਕਰੋ, ਪਵਿੱਤਰ ਕਰੋ ਅਤੇ ਬਿਮਾਰੀਆਂ ਤੋਂ ਸ਼ਿਫਾ ਤੇ ਚੰਗਿਆਈ ਪ੍ਰਦਾਨ ਕਰੋ। ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ।
ਪ੍ਰਾਪਤ ਭੈਣੋ ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਕੁਰਬਾਨੀ ਪੂਰੀ ਗੁਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਸੰਤ ਨੀ ਅਲਫੋਂਸਿਆ ਦੀ ਈਦ ਮਨਾਉਂਦੇ ਹੋਏ ਅਸੀਂ ਇਹ ਨਜ਼ਰਾਨੇ ਤੇ ਨਚਾਉਂਦੇ ਹਾਂ। ਉਸ ਦੀ ਸਮਰਪਿਤ ਜ਼ਿੰਦਗੀ ਅਤੇ ਤੇਰੇ ਲਈ ਸਹੀ ਦੁੱਖ ਮੁਸੀਬਤ ਨੂੰ ਤੂੰ ਪਿਆਰ ਦੇ ਤੋਹਫੇ ਵਜੋਂ ਕਬੂਲ ਕੀਤਾ। ਸਾਡੀ ਇਸ ਭੇਟ ਨੂੰ ਆਪਣੇ ਪਿਆਰ ਦੇ ਤੋਹਫੇ ਵਿੱਚ ਤਬਦੀਲ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੂੰ ਹਰ ਯੋਗ ਕਲੀਸਿਆ ਨੂੰ ਤਾਜ਼ਗੀ ਦੇਣ ਲਈ ਉਹਨਾਂ ਆਦਮੀਆਂ ਤੇ ਔਰਤਾਂ ਨੂੰ ਚੁਣ ਲੈਂਦਾ ਹੈ ਜੋ ਪਵਿੱਤਰਤਾ ਵਿੱਚ ਅਵਲ ਹਨ ਅਤੇ ਤੇਰੇ ਨਾਮ ਬਦਲਣ ਵਾਲੇ ਪਿਆਰ ਦੇ ਜਿਉਂਦੇ ਗਵਾਹ ਹਨ। ਉਹ ਆਪਣੀ ਅਸੂਲੀ ਜ਼ਿੰਦਗੀ ਰਾਹੀਂ ਸਾਨੂੰ ਪ੍ਰੇਰਨਾ ਦਿੰਦੇ ਹਨ ਅਤੇ ਆਪਣੀ ਲਗਾਤਾਰ ਸਿਫਾਰਸ਼ੀ ਪ੍ਰਾਰਥਨਾ ਨਾਲ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਤੇਰੀ ਬਚਾਉਣ ਵਾਲੀ ਤਾਕਤ ਦਾ ਜ਼ਿੰਦਾ ਨਿਸ਼ਾਨ ਬਣ ਜਾਈਏ। ਇਸ ਲਈ ਹੁਣ ਅਸੀਂ ਸਾਰੇ ਫਰਿਸ਼ਤਿਆਂ ਅਤੇ ਸੰਤਾਂ ਸੰਤਨੀਆਂ ਸਣੇ ਤੇਰੀ ਵਡਿਆਈ ਦਾ ਗੀਤ ਲਗਾਤਾਰ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਹੈ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਆਗ ਨੂੰ ਭੇਜ ਕੇ ਇਹਨਾਂ ਨਜ਼ਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ
ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੇ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਟਿਗਨੈਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਇਦੇ ਮੁਬਾਰਕ ਵ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਨੀ ਅਲਫੋਂਸਾ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚੋਂ ਲਈ ਹੋਈ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਇਸ ਪਾਕ ਸ਼ਰਾਕਤ ਵਿੱਚ ਤੂੰ ਸਾਨੂੰ ਆਪਣੇ ਬੇਟੇ ਪ੍ਰਭੂ ਯਿਸੂ ਦੇ ਪਿਆਰ ਭਰੇ ਤੋਹਫੇ ਨਾਲ ਰਜਾਇਆ ਹੈ। ਬਖਸ਼ ਦੇ ਕਿ ਸੰਤ ਅਲਫੋਂਸਾ ਦੇ ਵਾਂਗ ਅਸੀਂ ਵੀ ਪਾਕ ਯੂਕਰਿਸਤ ਤੋਂ ਮਿਲਣ ਵਾਲੀ ਸ਼ਕਤੀ ਨਾਲ ਹਰ ਖੁਸ਼ੀ ਅਤੇ ਗਮ ਵਿੱਚ ਤੇਰੇ ਪਿਆਰ ਨੂੰ ਲੱਭਦੇ ਰਹੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਤੇ ਤਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।